ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ। YouTube ਚੈਨਲ ਸਪੋਰਟ ਫॉर ਐਜੂਕੇਸ਼ਨ ਵਿੱਚ ਮੈਂ ਅਧਿਆਪਕ ਹਰਵਿੰਦਰ ਸਿੰਘ ਆਪ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ। ਤੇ ਅੱਜ ਅਸੀਂ ਕਰਾਂਗੇ 8ਵੀਂ ਜਮਾਤ ਦੀ ਪੰਜਾਬੀ ਪੁਸਤਕ ਦੂਜੀ ਭਾਸ਼ਾ ਵਿੱਚੋਂ ਪਾਠ ਸਫਲਤਾਵਾਂ ਤੇ ਅਸਫਲਤਾਵਾਂ, ਜਿਸ ਦੇ ਲੇਖਕ ਹਨ ਦਲੀਪ ਸਿੰਘ ਵਾਸਣ। ਦੋਸਤੋ, ਪਹਿਲਾਂ ਅਸੀਂ ਇਸ ਪਾਠ ਨੂੰ ਪੜਾਂਗੇ, ਉਸ ਤੋਂ ਬਾਅਦ ਇਸ ਦਾ ਅਭਿਆਸ ਹੱਲ ਕਰਾਂਗੇ। ਤੇ ਜੇ ਤੁਸੀਂ ਅਜੇ ਤੱਕ YouTube ਚੈਨਲ ਸਪੋਰਟ ਫॉर ਐਜੂਕੇਸ਼ਨ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਨਾਲ ਹੀ ਨੋਟੀਫਿਕੇਸ਼ਨ ਆਈਕਨ ਦੀ ਘੰਟੀ ਵੀ ਵਜਾ ਦਿਓ ਤਾਂ ਕਿ ਜਦੋਂ ਵੀ ਅਸੀਂ ਨਵੇਂ ਵੀਡੀਓਜ਼ ਲੈ ਕੇ ਆਈਏ ਤੁਹਾਨੂੰ ਉਹਦੀ ਨੋਟੀਫਿਕੇਸ਼ਨ ਮਿਲ ਜਾਏ। ਆਓ ਸ਼ੁਰੂ ਕਰਦੇ ਹਾਂ। ਮਨੁੱਖ ਦਾ ਸਾਰਾ ਜੀਵਨ ਇੱਕ ਸੰਘਰਸ਼ ਹੈ, ਇੱਕ ਘੋਲ ਹੈ। ਸੰਘਰਸ਼ ਹੁੰਦਾ ਸਟਰਗਲ ਜਾਂ ਹਾਲਾਤਾਂ ਨਾਲ ਲੜਾਈ, ਤੇ ਘੋਲ ਹੁੰਦਾ ਲੜਾਈ ਜਾਂ ਕੁਸ਼ਤੀ। ਇਸ ਸੰਘਰਸ਼ ਵਿੱਚ ਜਿੱਤਾਂ ਵੀ ਪ੍ਰਾਪਤ ਹੁੰਦੀਆਂ ਹਨ ਅਤੇ ਇਸ ਘੋਲ ਵਿੱਚ ਬੰਦਾ ਹਾਰਦਾ ਵੀ ਹੈ ਕਿ ਅਸੀਂ ਜ਼ਿੰਦਗੀ ਵਿੱਚ ਕਦੇ ਜਿੱਤਦੇ ਹਾਂ ਤੇ ਕਦੇ ਅਸੀਂ ਹਾਰਦੇ ਵੀ ਹਾਂ। ਦੁਨੀਆ ਵਿੱਚ ਕੋਈ ਅਜਿਹਾ ਆਦਮੀ ਨਹੀਂ ਹੈ ਜੋ ਹਮੇਸ਼ਾ ਜਿੱਤਦਾ ਹੀ ਹੋਵੇ। ਇਸੇ ਤਰ੍ਹਾਂ ਕੋਈ ਅਜਿਹਾ ਬਦਕਿਸਮਤ ਵੀ ਨਹੀਂ ਹੈ ਜੋ ਹਮੇਸ਼ਾ ਹਾਰਦਾ ਹੀ ਹੋਵੇ। ਜਿੱਤਾਂ ਅਤੇ ਹਾਰਾਂ ਦੋਵੇਂ ਨਾਲ-ਨਾਲ ਚੱਲਦੀਆਂ ਰਹਿੰਦੀਆਂ ਹਨ। ਜਦੋਂ ਅਸੀਂ ਸਫਲ ਹੋ ਜਾਂਦੇ ਹਾਂ ਤਾਂ ਅਸੀਂ ਖੁਸ਼ ਹੋ ਜਾਂਦੇ ਹਾਂ। ਜਦੋਂ ਅਸੀਂ ਅਸਫਲ ਹੁੰਦੇ ਹਾਂ ਤਾਂ ਅਸੀਂ ਦੁਖੀ ਹੁੰਦੇ ਹਾਂ। ਯਾਨੀ ਕਿ ਅਸੀਂ ਜਿੱਤ ਕੇ ਖੁਸ਼ ਹੋ ਜਾਂਦੇ ਹਾਂ ਤੇ ਹਾਰ ਕੇ ਅਸੀਂ ਦੁਖੀ ਹੋ ਜਾਂਦੇ ਹਾਂ। ਇਸ ਸੰਸਾਰ ਦੇ ਦੁੱਖਾਂ ਸਾਡੀਆਂ ਹਾਰਾਂ ਵਿੱਚੋਂ ਜੰਮਦੇ ਹਨ ਅਤੇ ਸੁੱਖਾਂ ਦਾ ਕਾਰਨ ਸਾਡੀਆਂ ਜਿੱਤਾਂ ਹੁੰਦੀਆਂ ਹਨ। ਜੇਕਰ ਅਸੀਂ ਖੁਸ਼ ਰਹਿਣਾ ਚਾਹੁੰਦੇ ਹਾਂ ਤਾਂ ਸਾਨੂੰ ਜਿੱਤਾਂ ਪ੍ਰਾਪਤ ਕਰਨੀਆਂ ਪੈਣਗੀਆਂ। ਜਿੱਤਾਂ ਪ੍ਰਾਪਤ ਕਰਨ ਲਈ ਸਾਨੂੰ ਮਿਹਨਤ ਕਰਨੀ ਪਵੇਗੀ। ਜੇਕਰ ਅਸੀਂ ਮਿਹਨਤ ਨਹੀਂ ਕਰਾਂਗੇ ਤਾਂ ਅਸੀਂ ਅਸਫਲ ਹੋ ਜਾਵਾਂਗੇ। ਤੇ ਦੋਸਤੋ, ਮੈਂ ਤੁਹਾਨੂੰ ਇਹਦਾ ਇੱਕ ਉਦਾਹਰਨ ਦੇਣਾ ਚਾਹੁੰਦਾ ਹਾਂ। ਜੇ ਤੁਸੀਂ ਪੇਪਰ ਵਿੱਚ ਸਫਲ ਹੋਣਾ ਚਾਹੁੰਦੇ ਹੋ ਯਾਨੀ ਜਾਂ ਜਿੱਤ ਪ੍ਰਾਪਤ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਮਿਹਨਤ ਕਰਨੀ ਪਏਗੀ, ਯਾਨੀ ਕਿ ਪੜ੍ਹਾਈ ਕਰਨੀ ਪਏਗੀ। ਤੇ ਜੇ ਤੁਸੀਂ ਚੰਗੀ ਤਰ੍ਹਾਂ ਪੜ੍ਹਾਈ ਕਰੋਗੇ ਤਾਂ ਤੁਸੀਂ ਸਫਲ ਹੋ ਜਾਓਗੇ। ਇਹ ਜ਼ਿੰਦਗੀ ਇੱਕ ਸੰਘਰਸ਼ ਹੈ, ਇਸ ਲਈ ਸਾਨੂੰ ਕਦੇ ਅਵੇਸਲੇ ਨਹੀਂ ਹੋਣਾ ਚਾਹੀਦਾ। ਅਵੇਸਲੇ ਹੁੰਦਾ ਲਾਪਰਵਾਹ, ਸੁਸਤ ਜਾਂ ਵਿਹਲੇ ਰਹਿਣਾ। ਜਿੱਥੇ ਕਿਧਰੇ ਵੀ ਅਸੀਂ ਅਵੇਸਲੇ ਹੋ ਜਾਂਦੇ ਹਾਂ ਯਾਨੀ ਕਿ ਲਾਪਰਵਾਹ ਹੋ ਜਾਂਦੇ ਹਾਂ, ਵਧੀਆ ਮੌਕੇ ਸਾਡੇ ਹੱਥੋਂ ਨਿਕਲ ਜਾਂਦੇ ਹਨ। ਕਹਿੰਦੇ ਹਨ ਵਧੀਆ ਮੌਕੇ ਹਰੇਕ ਨੂੰ ਨਸੀਬ ਹੁੰਦੇ ਹਨ ਜਾਂ ਹਰ ਕਿਸੇ ਨੂੰ ਵਧੀਆ ਮੌਕੇ ਮਿਲਦੇ ਹਨ। ਇਹ ਮੌਕੇ ਸਾਡੇ ਅੱਗੇ ਪਿੱਛੇ ਪਏ ਫਿਰਦੇ ਹਨ। ਸਾਡੇ ਕੋਲ ਇਹਨਾਂ ਵਧੀਆ ਮੌਕਿਆਂ ਦੀ ਸ਼ਨਾਖਤ ਨਹੀਂ ਹੁੰਦੀ, ਅਸੀਂ ਉਹਨਾਂ ਨੂੰ ਪਕੜ ਨਹੀਂ ਸਕਦੇ। ਸ਼ਨਾਖਤ ਦਾ ਅਰਥ ਹੁੰਦਾ ਪਹਿਚਾਣ, ਕਿ ਸਾਨੂੰ ਵਧੀਆ ਮੌਕੇ ਮਿਲਦੇ ਹਨ ਪਰ ਸਾਨੂੰ ਉਹਨਾਂ ਦੀ ਪਹਿਚਾਣ ਨਹੀਂ ਹੁੰਦੀ। ਪਹਿਚਾਣ ਵੀ ਸਾਨੂੰ ਕਰਨੀ ਆਉਣੀ ਚਾਹੀਦੀ ਹੈ। ਜਿਹੜੇ ਲੋਕੀ ਵਧੀਆ ਮੌਕਿਆਂ ਦੀ ਸ਼ਨਾਖਤ ਵੀ ਕਰ ਲੈਂਦੇ ਹਨ ਅਤੇ ਉਹਨਾਂ ਉੱਤੇ ਆਪਣੀ ਪਕੜ ਵੀ ਮਜ਼ਬੂਤ ਕਰ ਲੈਂਦੇ ਹਨ, ਉਹਨਾਂ ਲੋਕਾਂ ਦਾ ਨਾਂ ਕਾਮਯਾਬ ਇਨਸਾਨਾਂ ਦੀ ਸੂਚੀ ਵਿੱਚ ਦਰਜ ਹੋ ਜਾਂਦਾ ਹੈ। ਬਾਕੀ ਅਸੀਂ ਸਾਰੇ ਅਸਫਲ ਲੋਕ ਹਾਂ। ਅਸੀਂ ਮੌਕਿਆਂ ਦੀ ਸ਼ਨਾਖਤ ਕਰਨ ਦੀ ਕਦੇ ਕੋਸ਼ਿਸ਼ ਨਹੀਂ ਕਰਦੇ। ਅਸੀਂ ਅਵੇਸਲੇ ਹੀ ਰਹਿੰਦੇ ਹਾਂ। ਵਧੀਆ ਮੌਕੇ ਆਉਂਦੇ ਹਨ, ਆ ਕੇ ਚਲੇ ਜਾਂਦੇ ਹਨ, ਪਰ ਸਾਡੇ ਪੱਲੇ ਕੁਝ ਨਹੀਂ ਪੈਂਦਾ। ਤੇ ਇਸ ਪੈਰਾਗ੍ਰਾਫ ਵਿੱਚ ਦੱਸਿਆ ਗਿਆ ਹੈ ਕਿ ਸਾਨੂੰ ਲਾਪਰਵਾਹ ਜਾਂ ਅਵੇਸਲੇ ਨਹੀਂ ਰਹਿਣਾ ਚਾਹੀਦਾ। ਵਧੀਆ ਮੌਕੇ ਦੀ ਸ਼ਨਾਖਤ ਕਰਨੀ ਚਾਹੀਦੀ ਹੈ ਤੇ ਉਸ ਉੱਤੇ ਆਪਣੀ ਪਕੜ ਮਜ਼ਬੂਤ ਕਰ ਲੈਣੀ ਚਾਹੀਦੀ ਹੈ। ਅਸਫਲਤਾਵਾਂ ਮਨੁੱਖ ਨੂੰ ਨਿਰਾਸ਼ ਕਰਦੀਆਂ ਹਨ। ਇਹ ਨਿਰਾਸ਼ਾ ਮਨੁੱਖੀ ਸ਼ਕਤੀ ਘਟਾ ਕੇ ਰੱਖ ਦਿੰਦੀ ਹੈ। ਬੰਦੇ ਦਾ ਵਿਅਕਤਿਤਵ ਯਾਨੀ ਕਿ ਪਰਸਨੈਲਿਟੀ ਜਾਂ ਕਰੈਕਟਰ ਜਾਂ ਸ਼ਖਸੀਅਤ ਹੀ ਖਰਾਬ ਹੋ ਕੇ ਰਹਿ ਜਾਂਦਾ ਹੈ। ਨਿਰਾਸ਼ਾ ਇੱਕ ਹੋਰ ਨਿਰਾਸ਼ਾ ਨੂੰ ਜਨਮ ਦਿੰਦੀ ਹੈ। ਇਸ ਕਰਕੇ ਸਿਆਣੇ ਕਹਿੰਦੇ ਹਨ ਕਿ ਨਿਰਾਸ਼ਾ ਪੈਦਾ ਕਰਨ ਵਾਲੇ ਮੌਕਿਆਂ ਤੋਂ ਬਚਣਾ ਚਾਹੀਦਾ ਹੈ। ਅਸੀਂ ਉਹ ਮੌਕੇ ਪੈਦਾ ਕਰ ਲਈਏ ਜਿੱਥੇ ਜਿੱਤਾਂ ਹਨ, ਖੁਸ਼ੀਆਂ ਹਨ। ਨਿੱਕੀ ਜਿਹੀ ਜਿੱਤ ਵੀ ਖੁਸ਼ੀ ਪ੍ਰਦਾਨ ਕਰਦੀ ਹੈ। ਜੇਕਰ ਅਸੀਂ ਵੱਡੇ ਮੌਕਿਆਂ ਦੀ ਪਕੜ ਨਹੀਂ ਕਰ ਸਕਦੇ ਤਾਂ ਕੀ ਹੋਇਆ? ਅਸੀਂ ਨਿੱਕੇ ਮੌਕਿਆਂ ਦਾ ਲਾਭ ਤਾਂ ਉਠਾ ਹੀ ਸਕਦੇ ਹਾਂ ਤੇ ਇੱਕ ਨਿੱਕੀ ਜਿੱਤ ਵੀ ਵੱਡੀ ਜਿੱਤ ਜਿੰਨੀ ਖੁਸ਼ੀ ਦਿੰਦੀ ਹੈ। ਨਿਰਾਸ਼ਾ ਤੋਂ ਬਚਣ ਲਈ ਨਿੱਕੀਆਂ ਜਿੱਤਾਂ ਵੱਲ ਧਿਆਨ ਦੇਣ ਦੀ ਜ਼ਰੂਰਤ ਹੈ। ਅੱਜ ਅਸੀਂ ਨਿੱਕੀਆਂ ਜਿੱਤਾਂ ਪ੍ਰਾਪਤ ਕਰਦੇ ਹਾਂ, ਕੱਲ ਅਸੀਂ ਵੱਡੀਆਂ ਜਿੱਤਾਂ ਵੀ ਪ੍ਰਾਪਤ ਕਰ ਸਕਦੇ ਹਾਂ। ਆਖਰ ਜਿੱਤਾਂ ਦਾ ਸਿਲਸਿਲਾ ਕਿਸੇ ਨਾ ਕਿਸੇ ਸਿਰਿਓਂ ਤਾਂ ਸ਼ੁਰੂ ਕਰਨਾ ਹੀ ਹੁੰਦਾ ਹੈ। ਤੇ ਦੋਸਤੋ, ਮੈਂ ਤੁਹਾਨੂੰ ਇਹਦਾ ਇੱਕ ਐਗਜ਼ਾਮਪਲ ਜਾਂ ਉਦਾਹਰਨ ਵੀ ਦੇਣਾ ਚਾਹਾਂਗਾ। ਸਪੋਜ਼ ਕਰ ਲਓ ਕਿ ਤੁਹਾਡੀ ਕਲਾਸ ਵਿੱਚ 2-3 ਹੀ ਸਟੂਡੈਂਟਸ ਹੈਗੇ ਨੇ, ਉਹ ਹਮੇਸ਼ਾ ਹੀ ਫਸਟ, ਸੈਕਿੰਡ ਜਾਂ ਥਰਡ ਆਉਂਦੇ ਨੇ ਫਾਈਨਲ ਐਗਜ਼ਾਮ ਵਿੱਚ। ਤੇ ਹੋ ਸਕਦਾ ਹੈ ਕਿ ਕਈ ਬੱਚਿਆਂ ਦੇ ਮਨ ਵਿੱਚ ਇਹੋ ਜਿਹਾ ਕਿ ਉਹ ਕਦੇ ਫਸਟ ਨਹੀਂ ਆ ਸਕਦੇ।
ਬਟ ਕੀ ਹੁੰਦਾ ਕਿ ਜਦੋਂ ਤੁਹਾਡੇ ਯੂਨਿਟ ਟੈਸਟ ਹੁੰਦੇ ਯਾਨੀ ਕਿ ਇੱਕ ਇੱਕ ਚੈਪਟਰ ਦੇ ਟੈਸਟ ਹੁੰਦੇ ਨੇ ਜਾਂ ਛੋਟੇ ਛੋਟੇ ਟੈਸਟ ਹੁੰਦੇ ਨੇ, ਵੀਕਲੀ ਟੈਸਟ, ਮੰਥਲੀ ਟੈਸਟ, ਤੇ ਜੇਕਰ ਤੁਸੀਂ ਉਹਨਾਂ ਦੀ ਤਿਆਰੀ ਚੰਗੀ ਤਰ੍ਹਾਂ ਕਰਦੇ ਹੋ, ਉਹਨਾਂ ਵਿੱਚੋਂ ਫਸਟ ਆ ਜਾਂਦੇ ਹੋ, ਨਿੱਕੀ ਜਿਹੀ ਜਿੱਤ ਪ੍ਰਾਪਤ ਕਰਦੇ ਹੋ, ਤੇ ਕੱਲ ਨੂੰ ਜਦੋਂ ਤੁਹਾਡਾ ਫਾਈਨਲ ਐਗਜ਼ਾਮ ਹੋਏਗਾ ਤੁਸੀਂ ਉਸ ਵਿੱਚ ਵੀ ਫਸਟ ਆ ਸਕਦੇ ਹੋ। ਯਾਨੀ ਕਿ ਉਹ ਨਿੱਕੀ ਜਿੱਤ ਪ੍ਰਾਪਤ ਕਰਕੇ ਤੁਸੀਂ ਵੱਡੀ ਜਿੱਤ ਵੀ ਪ੍ਰਾਪਤ ਕਰ ਸਕਦੇ ਹੋ। ਜਦੋਂ ਕੋਈ ਪੱਕੀ ਤਾਰ ਲੈਂਦਾ ਹੈ ਕਿ ਉਸਨੇ ਜਿੱਤ ਪ੍ਰਾਪਤ ਕਰਨੀ ਹੀ ਹੈ ਤਾਂ ਕੋਈ ਨਾ ਕੋਈ ਹੀਲਾ ਵਸੀਲਾ ਵੀ ਲੱਭ ਪੈਂਦਾ ਹੈ। ਯਾਨੀ ਕਿ ਜਦੋਂ ਕੋਈ ਪੱਕਾ ਇਰਾਦਾ ਕਰ ਲੈਂਦਾ ਕਿ ਉਹਨੇ ਜਿੱਤਣਾ ਹੈ ਤਾਂ ਕੋਈ ਨਾ ਕੋਈ ਹੀਲਾ ਵਸੀਲਾ ਲੱਭ ਹੀ ਪੈਂਦਾ ਹੈ, ਕੋਈ ਨਾ ਕੋਈ ਹੱਲ ਨਿਕਲ ਹੀ ਆਉਂਦਾ। ਟੀਚਾ ਮਿੱਥ ਲਈਏ ਤਾਂ ਤਰੀਕਾ ਵੀ ਲੱਭ ਪੈਂਦਾ ਹੈ। ਟੀਚਾ ਹੁੰਦਾ ਹੈ ਨਿਸ਼ਾਨਾ, ਗੋਲ ਜਾਂ ਉਦੇਸ਼। ਜੇ ਅਸੀਂ ਆਪਣਾ ਨਿਸ਼ਾਨਾ, ਆਪਣਾ ਗੋਲ ਹੈ ਉਹ ਸੈੱਟ ਕਰ ਦਿੱਤਾ ਤਾਂ ਸਾਨੂੰ ਕੋਈ ਨਾ ਕੋਈ ਤਰੀਕਾ ਵੀ ਲੱਭ ਪਵੇਗਾ। ਜਿੱਤ ਪ੍ਰਾਪਤ ਕਰਨ ਦੀ ਖਾਹਿਸ਼ ਕਰਨ ਨਾਲ ਹੀ ਕਿੰਨੀਆਂ ਤਰਕੀਬਾਂ ਸੁੱਝ ਪੈਂਦੀਆਂ ਹਨ। ਜਿੱਤਾਂ ਪ੍ਰਾਪਤ ਕਰਨਾ ਇੱਕ ਆਦਤ ਬਣਾ ਲੈਣੀ ਚਾਹੀਦੀ ਹੈ। ਜੇਕਰ ਕਦੇ ਕਿਸੇ ਹਾਰ ਦਾ ਸਾਹਮਣਾ ਕਰਨਾ ਪੈ ਹੀ ਜਾਵੇ ਤਾਂ ਸਾਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ। ਹੰਭਲਾ ਮਾਰੋ। ਹਮਲਾ ਮਾਰੋ ਯਾਨੀ ਕਿ ਉਦਮ ਕਰੋ ਜਾਂ ਝਟ ਹਿੰਮਤ ਨਾਲ ਕੰਮ ਕਰੋ। ਮਿਹਨਤ ਕਰੋ ਤੇ ਤੁਸੀਂ ਜਿੱਤ ਪ੍ਰਾਪਤ ਕਰ ਲਵੋਗੇ। ਕਈ ਵਾਰ ਕਿਸੇ ਹਾਰ ਵਿੱਚੋਂ ਵੀ ਉਦਮ ਕਰਨ ਨਾਲ ਜਿੱਤ ਪ੍ਰਾਪਤ ਹੋ ਜਾਂਦੀ ਹੈ, ਜਿਸ ਨਾਲ ਤੁਸੀਂ ਆਪ, ਤੁਹਾਡਾ ਪਰਿਵਾਰ ਅਤੇ ਤੁਹਾਡਾ ਆਲਾ ਦੁਆਲਾ ਖੁਸ਼ਹਾਲ ਹੋ ਜਾਂਦਾ ਹੈ। ਇਹ ਕਦੇ ਨਾ ਸੋਚੋ ਕਿ ਕੰਮ ਆਪੇ ਹੀ ਹੋ ਜਾਏਗਾ। ਕਹਿੰਦੇ ਹਨ ਰੱਬ ਵੀ ਉਹਨਾਂ ਦੀ ਮਦਦ ਕਰਦਾ ਹੈ ਜੋ ਆਪਣੀ ਮਦਦ ਆਪ ਕਰਦੇ ਹਨ। ਤੇ ਤੁਸੀਂ ਇੰਗਲਿਸ਼ ਵਿੱਚ ਵੀ ਇਹ ਸੁਣਿਆ ਹੋਣਾ, God help those who help themselves। ਹਰ ਕੰਮ ਕੀਤਿਆਂ ਹੀ ਹੋਣਾ ਹੈ। ਸਿਰਫ ਪ੍ਰਾਰਥਨਾ ਕਰਕੇ ਬੈਠੇ ਰਹਿਣਾ ਠੀਕ ਨਹੀਂ ਹੈ। ਪ੍ਰਾਰਥਨਾ ਤੁਹਾਨੂੰ ਹੌਸਲਾ ਦੇ ਸਕਦੀ ਹੈ, ਪਰ ਕੰਮ ਸਿਰੇ ਚੜ੍ਹਨ ਲਈ ਉਦਮ ਕਰਨਾ ਪੈਂਦਾ ਹੀ ਹੈ। ਇਹ ਲਾਜ਼ਮੀ ਵੀ ਹੈ। ਜਿਵੇਂ ਇਹਦਾ ਉਦਾਹਰਨ ਹੈ ਕਿ ਤੁਸੀਂ ਪੇਪਰ ਵਿੱਚ ਫਸਟ ਆਉਣਾ ਚਾਹੁੰਦੇ ਹੋ ਜਾਂ ਚੰਗੇ ਨੰਬਰ ਲੈਣਾ ਚਾਹੁੰਦੇ ਹੋ ਤਾਂ ਪ੍ਰਾਰਥਨਾ ਕਰਨ ਨਾਲ ਤੁਹਾਨੂੰ ਹੌਸਲਾ ਤਾਂ ਮਿਲੇਗਾ ਹੀ, ਪਰ ਤੁਹਾਨੂੰ ਮਿਹਨਤ ਵੀ ਕਰਨੀ ਪੈਣੀ ਹੈ, ਪੜ੍ਹਾਈ ਵੀ ਕਰਨੀ ਪੈਣੀ ਹੈ, ਉਦਮ ਵੀ ਕਰਨਾ ਪੈਣਾ ਹੈ। ਅਸੀਂ ਦੇਖਦੇ ਹਾਂ ਕਿ ਸਾਡੇ ਵਰਗੇ ਮਨੁੱਖਾਂ ਨੇ ਇਸ ਦੁਨੀਆ ਵਿੱਚ ਕੀ ਕੁਝ ਬਣਾ ਦਿੱਤਾ ਹੈ। ਇਹ ਉਹ ਲੋਕੀ ਹੀ ਹਨ ਜਿਨ੍ਹਾਂ ਦੇ ਮਨ ਅੰਦਰ ਕੁਝ ਕਰ ਦਿਖਾਉਣ ਦੀ ਖਾਹਿਸ਼ ਸੀ। ਜਿਵੇਂ ਕਿਸੇ ਨੇ ਹਵਾਈ ਜਹਾਜ਼ ਬਣਾਇਆ ਹੈ, ਕਿਸੇ ਨੇ ਟੈਲੀਫੋਨ ਬਣਾਇਆ ਹੈ, ਕਿਸੇ ਨੇ ਕੋਈ ਕਾਰਡ ਕੱਢੀ ਹੈ, ਤੇ ਉਹਨਾਂ ਦੇ ਅੰਦਰ ਕੁਝ ਕਰ ਦਿਖਾਉਣ ਦੀ ਖਾਹਿਸ਼ ਸੀ। ਐਸੇ ਖਾਹਿਸ਼ ਨੇ ਹੀ ਉਹਨਾਂ ਦੀ ਜਿੱਤ ਸਿਰੇ ਲਾ ਦਿੱਤੀ। ਇਹ ਜਿੰਨੀਆਂ ਵੀ ਵਿਗਿਆਨ ਤੇ ਟੈਕਨੋਲੋਜੀ ਦੇ ਖੇਤਰ ਵਿੱਚ ਕੱਢੀਆਂ ਗਈਆਂ ਹਨ ਜਾਂ ਆਵਿਸ਼ਕਾਰ ਕੀਤੇ ਗਏ ਹਨ, ਇਹ ਅਣਥਕ ਲੋਕਾਂ ਦੀ ਮਿਹਰਬਾਨੀ ਸਦਕਾ ਹੀ ਹੋਂਦ ਵਿੱਚ ਆਏ ਹਨ। ਅਣਥਕ ਹੁੰਦਾ ਜੋ ਕਦੇ ਨਾ ਥੱਕੇ। ਇਹ ਲੋਕਾਂ ਨੇ ਬਿਨਾਂ ਥੱਕੇ ਮਿਹਨਤ ਕੀਤੀ, ਜਿਨ੍ਹਾਂ ਕਾਰਨ ਸਾਡੇ ਅੱਗੇ ਕਈ ਆਵਿਸ਼ਕਾਰ ਹੋਂਦ ਵਿੱਚ ਆਏ। ਹੁਣ ਅਗਲੇ ਪੈਰਾਗ੍ਰਾਫ ਵਿੱਚ ਦੱਸਿਆ ਗਿਆ ਕਿ ਸਫਲਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ। ਸਾਡੀ ਸਫਲਤਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਕਿਸੇ ਨੂੰ ਧੋਖਾ ਦੇ ਕੇ, ਉਸ ਦਾ ਹੱਕ ਮਾਰ ਕੇ ਜਦੋਂ ਅਸੀਂ ਕੋਈ ਸਫਲਤਾ ਪ੍ਰਾਪਤ ਕਰਦੇ ਹਾਂ ਤਾਂ ਸਾਡੀਆਂ ਖੁਸ਼ੀਆਂ ਬਣਾਵਟੀ ਹੋ ਜਾਂਦੀਆਂ ਹਨ, ਕਿਉਂਕਿ ਸਾਨੂੰ ਅੰਦਰੋਂ ਅੰਦਰ ਪਤਾ ਹੁੰਦਾ ਹੈ ਕਿ ਇਹ ਸਾਡੀ ਸਫਲਤਾ ਨਹੀਂ ਹੈਗੀ। ਇੱਕ ਡਰ ਤੇ ਭੈ ਸਾਡੇ ਜ਼ਿਹਨ ਵਿੱਚ ਵੜ ਬੈਠਦਾ ਹੈ ਜੋ ਸਾਨੂੰ ਪੂਰੀ ਤਰ੍ਹਾਂ ਖੁਸ਼ ਨਹੀਂ ਹੋਣ ਦਿੰਦਾ। ਅਜਿਹੀ ਖੁਸ਼ੀ ਪ੍ਰਾਪਤ ਕਰਨ ਵਾਲਿਆਂ ਦਾ ਹਸ਼ਰ ਵੀ ਮਾੜਾ ਹੀ ਹੁੰਦਾ ਹੈ। ਹਸ਼ਰ ਦਾ ਅਰਥ ਹੁੰਦਾ ਹਾਲ। ਤੇ ਕੀ ਹੁੰਦਾ ਜਦੋਂ ਅਸੀਂ ਕਿਸੇ ਨੂੰ ਧੋਖਾ ਦੇ ਕੇ ਜਾਂ ਹੱਕ ਮਾਰ ਕੇ ਕੋਈ ਸਫਲਤਾ ਪ੍ਰਾਪਤ ਕਰਦੇ ਹਾਂ, ਤੇ ਕੀ ਹੁੰਦਾ ਕਿ ਸਾਨੂੰ ਕਦੇ ਮਨ ਵਿੱਚ ਹਮੇਸ਼ਾ ਕੋਈ ਨਾ ਕੋਈ ਡਰ ਹੋ ਜਾਂਦਾ ਫੜੇ ਜਾਣ ਦਾ ਜਾਂ ਸਾਡਾ ਝੂਠ ਲੋਕਾਂ ਦੇ ਸਾਹਮਣੇ ਆਉਣ ਦਾ, ਤੇ ਇਸ ਕਰਕੇ ਅਸੀਂ ਅੰਦਰੋਂ ਖੁਸ਼ ਨਹੀਂ ਹੋ ਸਕਦੇ ਤੇ ਹਸ਼ਰ ਵੀ ਮਾੜਾ ਹੀ ਹੁੰਦਾ ਜਾਂ ਕਿਸੇ ਨਾ ਕਿਸੇ ਦਿਨ ਸਾਡਾ ਝੂਠ ਲੋਕਾਂ ਦੇ ਸਾਹਮਣੇ ਆ ਜਾਂਦਾ ਹੈ। ਇਸ ਕਰਕੇ ਸਾਡੇ ਜਿੱਤ ਉਹ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਤੇ ਦੋਸਤੋ, ਮੈਂ ਉਮੀਦ ਕਰਦਾ ਹਾਂ ਕਿ ਤੁਹਾਨੂੰ ਇਹ ਪਾਠ ਚੰਗੀ ਤਰ੍ਹਾਂ ਸਮਝ ਆ ਗਿਆ ਹੋਣਾ। ਆਓ ਹੁਣ ਅਸੀਂ ਕਰਦੇ ਹਾਂ ਇਸ ਪਾਠ ਦਾ ਅਭਿਆਸ। ਮਨੁੱਖ ਦਾ ਜੀਵਨ ਕੀ ਹੈ? ਇਸ ਦਾ ਉੱਤਰ ਹੈ ਮਨੁੱਖ ਦਾ ਜੀਵਨ ਇੱਕ ਸੰਘਰਸ਼ ਹੈ, ਇੱਕ ਘੋਲ ਹੈ। ਖੁਸ਼ ਰਹਿਣ ਲਈ ਸਾਨੂੰ ਕੀ ਪ੍ਰਾਪਤ ਕਰਨਾ ਪਵੇਗਾ? ਖੁਸ਼ ਰਹਿਣ ਲਈ ਸਾਨੂੰ ਜਿੱਤਾਂ ਪ੍ਰਾਪਤ ਕਰਨੀਆਂ ਪੈਣਗੀਆਂ। ਜਦੋਂ ਅਸੀਂ ਅਵੇਸਲੇ ਹੋ ਜਾਂਦੇ ਹਾਂ ਤਾਂ ਕੀ ਨੁਕਸਾਨ ਹੁੰਦਾ?
ਅਵੇਸਲੇ ਦਾ ਅਰਥ ਹੁੰਦਾ ਲਾਪਰਵਾਹ ਜਾਂ ਸੁਸਤ। ਤੇ ਇਸ ਦਾ ਉੱਤਰ ਹੈ ਜਦੋਂ ਅਸੀਂ ਅਵੇਸਲੇ ਹੋ ਜਾਂਦੇ ਹਾਂ ਤਾਂ ਸਾਡੇ ਹੱਥੋਂ ਵਧੀਆ ਮੌਕੇ ਨਿਕਲ ਜਾਂਦੇ ਹਨ। ਅਸਫਲਤਾਵਾਂ ਦਾ ਮਨੁੱਖ ਤੇ ਕੀ ਅਸਰ ਪੈਂਦਾ ਹੈ? ਅਸਫਲਤਾਵਾਂ ਨਾਲ ਮਨੁੱਖ ਨਿਰਾਸ਼ ਹੋ ਜਾਂਦਾ ਹੈ। ਸਾਡੀ ਸਫਲਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਸਾਡੀ ਸਫਲਤਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਹੁਣ ਅਸੀਂ ਕਰਾਂਗੇ ਖਾਲੀ ਥਾਵਾਂ ਭਰੋ ਤੇ ਸਾਨੂੰ 5 ਸ਼ਬਦ ਦਿੱਤੇ ਗਏ ਹਨ, ਨਾਲ ਹੀ 5 ਵਾਕ ਦਿੱਤੇ ਗਏ ਹਨ। ਆਓ ਅਸੀਂ ਉਹ ਹੱਲ ਕਰਦੇ ਹਾਂ। ਧੋਖੇ ਨਾਲ ਸਫਲਤਾ ਪ੍ਰਾਪਤ ਕਰਨ ਵਾਲੇ ਦਾ ਹਸ਼ਰ ਵੀ ਮਾੜਾ ਹੁੰਦਾ ਹੈ। ਮਨੁੱਖ ਦੀ ਸਾਰੀ ਜ਼ਿੰਦਗੀ ਇੱਕ ਸੰਘਰਸ਼ ਹੈ। ਨਿਰਾਸ਼ਾ ਮਨੁੱਖੀ ਸ਼ਕਤੀ ਘਟਾ ਕੇ ਰੱਖ ਦਿੰਦੀ ਹੈ। ਕੱਲ੍ਹ ਅਸੀਂ ਵੱਡੀਆਂ ਜਿੱਤਾਂ ਵੀ ਪ੍ਰਾਪਤ ਕਰ ਸਕਦੇ ਹਾਂ। ਇਹ ਕਦੀ ਨਾ ਸੋਚੋ ਕਿ ਕੰਮ ਆਪੇ ਹੀ ਹੋ ਜਾਵੇਗਾ। ਹੁਣ ਅਸੀਂ ਕਰਾਂਗੇ ਵਾਕਾਂ ਵਿੱਚ ਵਰਤੋ। ਪਹਿਲਾ ਹੈ ਨਸੀਬ, ਜਿਸ ਦਾ ਅਰਥ ਹੁੰਦਾ ਕਿਸਮਤ। ਮਿਹਨਤ ਨਾਲ ਨਸੀਬ ਚੰਗਾ ਬਣਦਾ ਹੈ। ਦੂਜਾ ਹੈ ਸ਼ਨਾਖਤ, ਜਿਸ ਦਾ ਅਰਥ ਹੈ ਪਹਿਚਾਣ। ਸੂਝਵਾਨ ਮਨੁੱਖ ਵਧੀਆ ਮੌਕੇ ਦੀ ਸ਼ਨਾਖਤ ਕਰ ਲੈਂਦਾ ਹੈ। ਤੀਜਾ ਹੈ ਸਿਲਸਿਲਾ, ਜਿਸ ਦਾ ਅਰਥ ਹੁੰਦਾ ਹੈ ਕਿ ਜਿਹੜੀ ਚੀਜ਼ ਲਗਾਤਾਰ ਚੱਲਦੀ ਆ ਰਹੀ ਹੈ। ਰੋਹਨ ਦਾ ਪ੍ਰੀਖਿਆ ਵਿੱਚ ਪਹਿਲੇ ਸਥਾਨ ਤੇ ਆਉਣ ਦਾ ਸਿਲਸਿਲਾ ਕਈ ਸਾਲਾਂ ਤੋਂ ਚੱਲ ਰਿਹਾ ਹੈ। ਅਗਲਾ ਹੈ ਤਰਕੀਬ, ਜਿਸ ਦਾ ਅਰਥ ਹੁੰਦਾ ਢੰਗ। ਰਿਤੂ ਨੇ ਛੇਤੀ ਕੰਮ ਖਤਮ ਕਰਨ ਲਈ ਤਰਕੀਬ ਲਗਾਈ। ਅਗਲਾ ਹੈ ਖੁਸ਼ਹਾਲ ਤੇ ਵਾਕ ਹੈ ਮਿਹਨਤੀ ਲੋਕ ਖੁਸ਼ਹਾਲ ਹੁੰਦੇ ਹਨ। ਇਸ ਤੋਂ ਬਾਅਦ ਹੈ ਅਣਥਕ, ਜਿਸ ਦਾ ਅਰਥ ਹੈ ਜੋ ਕਦੇ ਨਾ ਥਕੇ। ਮੈਂ ਸਫਲ ਹੋਣ ਲਈ ਅਣਥਕ ਮਿਹਨਤ ਕਰਦਾ ਹਾਂ। ਭੈ ਦਾ, ਜਿਸ ਦਾ ਅਰਥ ਹੁੰਦਾ ਡਰ। ਪ੍ਰੀਤ ਦੇ ਮਨ ਵਿੱਚ ਹਮੇਸ਼ਾ ਹਾਰ ਦਾ ਭੈ ਰਹਿੰਦਾ ਹੈ। ਤੇ ਇਸ ਤੋਂ ਬਾਅਦ ਹੈ ਜ਼ਹਿਨ, ਜਿਸ ਦਾ ਅਰਥ ਹੁੰਦਾ ਦਿਮਾਗ। ਸਾਨੂੰ ਕਿਸੇ ਵੀ ਬੁਰੇ ਖਿਆਲ ਨੂੰ ਜ਼ਹਿਨ ਵਿੱਚ ਨਹੀਂ ਬਿਠਾਉਣਾ ਚਾਹੀਦਾ। ਹੁਣ ਅਸੀਂ ਕਰਾਂਗੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ। ਪਹਿਲਾ ਹੈਗਾ ਜਿੱਤਾਂ ਤੇ ਹਾਰਾਂ ਦਾ ਮਨ ਉੱਤੇ ਕਿਸ ਤਰ੍ਹਾਂ ਦਾ ਪ੍ਰਭਾਵ ਪੈਂਦਾ ਹੈ? ਤੇ ਇਸ ਦਾ ਉੱਤਰ ਹੈ ਜਦੋਂ ਅਸੀਂ ਸਫਲ ਹੋ ਜਾਂਦੇ ਹਾਂ ਤਾਂ ਖੁਸ਼ ਹੋ ਜਾਂਦੇ ਹਾਂ। ਜਦੋਂ ਅਸੀਂ ਅਸਫਲ ਹੁੰਦੇ ਹਾਂ ਤਾਂ ਅਸੀਂ ਦੁਖੀ ਹੁੰਦੇ ਹਾਂ। ਤੇ ਇਸ ਵਿੱਚ ਤੁਸੀਂ ਇਹ ਵੀ ਲਿਖ ਸਕਦੇ ਜਦੋਂ ਅਸੀਂ ਜਿੱਤ ਜਾਂਦੇ ਹਾਂ ਤਾਂ ਖੁਸ਼ ਹੋ ਜਾਂਦੇ ਹਾਂ, ਜਦੋਂ ਅਸੀਂ ਹਾਰ ਜਾਂਦੇ ਹਾਂ ਤਾਂ ਅਸੀਂ ਦੁਖੀ ਹੋ ਜਾਂਦੇ ਹਾਂ। ਅਗਲਾ ਪ੍ਰਸ਼ਨ ਹੈ ਜ਼ਿੰਦਗੀ ਵਿੱਚ ਨਿਰਾਸ਼ਾ ਤੋਂ ਬਚਣ ਲਈ ਕੀ ਕੁਝ ਕਰਨਾ ਚਾਹੀਦਾ ਹੈ? ਉੱਤਰ ਹੈ ਜ਼ਿੰਦਗੀ ਵਿੱਚ ਨਿਰਾਸ਼ਾ ਤੋਂ ਬਚਣ ਲਈ ਸਾਨੂੰ ਮਿਹਨਤ ਕਰਕੇ ਜਿੱਤਾਂ ਹਾਸਿਲ ਕਰਨੀਆਂ ਚਾਹੀਦੀਆਂ ਹਨ। ਤੀਜਾ ਹੈ ਕਿਸੇ ਨੂੰ ਧੋਖਾ ਦੇ ਕੇ ਪ੍ਰਾਪਤ ਕੀਤੀ ਸਫਲਤਾ ਤੇ ਤੁਸੀਂ ਖੁਸ਼ੀ ਕਿਉਂ ਨਹੀਂ ਪ੍ਰਾਪਤ ਕਰ ਸਕਦੇ? ਤੇ ਇਸ ਦਾ ਉੱਤਰ ਹੈ ਕਿਸੇ ਨੂੰ ਧੋਖਾ ਦੇ ਕੇ ਉਸ ਦਾ ਹੱਕ ਮਾਰ ਕੇ ਜਦੋਂ ਕੋਈ ਸਫਲਤਾ ਪ੍ਰਾਪਤ ਕਰਦੇ ਹਾਂ ਤਾਂ ਸਾਡੀਆਂ ਖੁਸ਼ੀਆਂ ਬਨਾਵਟੀ ਹੋ ਜਾਂਦੀਆਂ ਹਨ। ਇੱਕ ਡਰ ਤੇ ਭੈ ਸਾਡੇ ਜ਼ਿਹਨ ਵਿੱਚ ਵੜ ਬੈਠਦਾ ਹੈ ਜੋ ਸਾਨੂੰ ਪੂਰੀ ਤਰ੍ਹਾਂ ਖੁਸ਼ ਨਹੀਂ ਹੋਣ ਦਿੰਦਾ। ਸਾਡੀ ਸਫਲਤਾ ਕਿਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ? ਸਾਡੀ ਸਫਲਤਾ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਇਸ ਪਾਠ ਵਿੱਚੋਂ ਤੁਹਾਨੂੰ ਕੀ ਸੰਦੇਸ਼ ਮਿਲਦਾ ਹੈ? ਤੇ ਉੱਤਰ ਹੈ ਇਸ ਪਾਠ ਤੋਂ ਸਾਨੂੰ ਇਹ ਸੰਦੇਸ਼ ਮਿਲਦਾ ਹੈ ਕਿ ਸਾਨੂੰ ਹਮੇਸ਼ਾ ਜਿੱਤ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਜਿੱਤ ਸਾਫ਼ ਸੁਥਰੀ ਹੋਣੀ ਚਾਹੀਦੀ ਹੈ। ਕਿਸੇ ਨੂੰ ਧੋਖਾ ਦੇ ਕੇ ਜਾਂ ਹੱਕ ਮਾਰ ਕੇ ਜਿੱਤ ਪ੍ਰਾਪਤ ਨਹੀਂ ਕਰਨੀ ਚਾਹੀਦੀ। ਹੁਣ ਅਸੀਂ ਕਰਾਂਗੇ ਵਿਰੋਧੀ ਸ਼ਬਦ। ਨਿਰਾਸ਼ਾ ਆਸ਼ਾ, ਸਫਲਤਾ ਅਸਫਲਤਾ, ਹਾਰ ਜਿੱਤ, ਸਾਫ਼ ਮੈਲਾ, ਕਾਮਯਾਬ ਨਾਕਾਮਯਾਬ। ਹੇਠ ਲਿਖੇ ਸ਼ਬਦਾਂ ਨੂੰ ਹਿੰਦੀ ਅਤੇ ਅੰਗਰੇਜ਼ੀ ਵਿੱਚ ਲਿਖੋ। ਜੀਵਨ, ਜ਼ਿੰਦਗੀ, ਲਾਈਫ।
जित जीत विक्ट्री, लोग लोग पीपल, आदत आदत नेचर, सफलता सफलता सक्सेस, खुश खुश हैप्पी। इस तो बाद है शब्दां ਨੂੰ शुद्ध करके लिखो जो कि ਤੁਹਾਡੀ स्क्रीन ਤੇ आ रहा है। इसका उत्तर ਤੁਸੀਂ ਦਿੱਤੇ ਗਏ ਸ਼ਬਦਾਂ ਨੂੰ शुद्ध करके लिख सकते हो। ਤੇ ਦੋਸਤੋ ਇਹ ਸੀਗਾ 8ਵੀਂ ਜਮਾਤ ਦੀ ਪੰਜਾਬੀ ਪੁਸਤਕ ਦੂਜੀ ਭਾਸ਼ਾ ਵਿੱਚੋਂ 7ਵਾਂ ਪਾਠ ਸਫਲਤਾਵਾਂ ਤੇ ਅਸਫਲਤਾਵਾਂ। मैं उम्मीद करदा हाँ कि तुहानूं यह पाठ चंगी तरह समझ आ गया होना ते साडे नाल तुसी इस पाठ के अभ्यास नूं भी हल कर लिया होना। जे वीडियो वधिया लग्या तां वीडियो नूं लाइक करो, यूट्यूब चैनल सपोर्ट फॉर एजुकेशन नूं सबसक्राइब जरूर करो ते इस वीडियो नूं अपने दोस्तां दे नाल भी शेयर करो। तुहाडा अगला पाठ लैके जल्दी हाज़र होवांगे। उदों तक अपने अध्यापक सरदार हरविंदर सिंह नूं दिओ इजाज़त। सत श्री अकाल।